ਡੀਅਰ ਸਟੂਡੈਂਟਸ, ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਦੇ ਲੈਕਚਰ ਵਿੱਚ ਅਸੀਂ ਚੈਪਟਰ 3 ਮੈਟ੍ਰਿਸਿਸ ਦੀ ਐਕਸਰਸਾਈਜ਼ 3.3 ਨੂੰ ਡਿਸਕਸ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ। ਬੇਸਿਕਲੀ ਇਸ ਐਕਸਰਸਾਈਜ਼ ਦੇ ਵਿੱਚ ਟਰਾਂਸਪੋਜ਼ ਆਫ ਏ ਮੈਟ੍ਰਿਕਸ ਤੇ ਉਹਦੇ ਨਾਲ ਰਿਲੇਟਡ ਕਨਸੈਪਟਸ ਦੀ ਗੱਲ ਕੀਤੀ ਗਈ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਹੈਗਾ ਉਹ ਟਰਾਂਸਪੋਜ਼ ਨਾਲ ਹੀ ਰਿਲੇਟਡ ਹੈਗਾ। ਇੱਥੇ ਟਰਾਂਸਪੋਜ਼ ਬਾਰੇ ਕਿਹਾ ਵੀ ਵਿਚ ਆਫ ਦ ਫਾਲੋਇੰਗ ਇਜ਼ ਕਰੈਕਟ। ਪਹਿਲਾਂ ਥੋੜ੍ਹਾ ਜਿਹਾ ਟਰਾਂਸਪੋਜ਼ ਦੀ ਗੱਲ ਕਰ ਲਈਏ। ਸੋ ਅਗਰ ਤੁਹਾਡੇ ਕੋਲ ਮੈਟ੍ਰਿਕਸ ਕੋਈ AIJ ਦਿੱਤੀ ਹੋਈ ਹੈ, ਸਪੋਜ਼ ਕਰੋ ਉਹਦਾ ਆਰਡਰ M × N ਹੈ, ਤਾਂ ਜਿਵੇਂ ਤੁਹਾਨੂੰ ਪਤਾ ਹੀ ਆ I ਰੋਜ਼ ਨੂੰ ਡਿਨੋਟ ਕਰਦਾ ਹੁੰਦਾ ਅਤੇ J ਕਾਲਮ ਨੂੰ। ਤਾਂ ਜਦੋਂ ਅਸੀਂ ਟਰਾਂਸਪੋਜ਼ ਕੱਢਣਾ ਤਾਂ ਰੋ ਅਤੇ ਕਾਲਮ ਨੂੰ ਅਸੀਂ ਇੰਟਰਚੇਂਜ ਕਰ ਦੇਣਾ ਕਿਸੇ ਮੈਟ੍ਰਿਕਸ 'ਤੇ। ਸਪੋਜ਼ ਕਰੋ ਦੀ ਨੋਟੇਸ਼ਨ A' ਹੈ ਤਾਂ AJI ਹੋ ਜਾਣਾ ਅਤੇ ਆਰਡਰ ਜਿਹੜਾ M × N ਸੀ N × M ਹੋ ਜਾਣਾ। ਸੋ ਜੇ ਆਪਾਂ ਇਹਦੀ ਐਗਜ਼ਾਮਪਲ ਕਰੀਏ, ਇੱਕ ਸਪੋਜ਼ ਕਰੋ ਤੁਹਾਡੇ ਕੋਲ ਕੋਈ 1 2 3 0 1 2 3 1 4 ਇੱਦਾਂ। ਸੋ ਇਹਦਾ ਟਰਾਂਸਪੋਜ਼ ਅਗਰ ਤੁਸੀਂ ਕੱਢੋਗੇ ਤਾਂ ਸੋ ਅਸੀਂ ਕੀ ਕਰਨਾ, ਇਹਦਾ ਜਿਹੜੀ ਫਸਟ ਹਾਂਜੀ, ਸੋ ਆਹ ਇੱਦਾਂ ਤੁਹਾਡੀਆਂ ਰੋਜ਼ ਹੈਗੀਆਂ, ਇੱਦਾਂ ਬ੍ਰੇਨ ਦੇ ਵਿੱਚ ਲੈ ਲਓ। ਤਾਂ ਪਹਿਲਾਂ ਤਾਂ ਫਸਟ ਰੋ ਨੂੰ ਇਹਨੂੰ ਆਪਾਂ ਕਾਲਮ 'ਚ ਕਨਵਰਟ ਕਰਦੇ ਹਾਂ, ਇਹ ਬਣ ਜਾਣਾ 1 2 3। ਫਿਰ ਸੈਕਿੰਡ ਰੋ ਨੂੰ ਕਾਲਮ 'ਚ ਕਨਵਰਟ ਕਰਦੇ ਹਾਂ 0 1 0 1 2। ਫਿਰ ਥਰਡ ਨੂੰ 3 1 4। ਸੋ ਇਹ ਇਹਦਾ ਟਰਾਂਸਪੋਜ਼ ਆ। ਤਾਂ ਹੁਣ ਜਦੋਂ ਇਹਦੀਆਂ ਕੁਝ ਪ੍ਰੋਪਰਟੀਜ਼ ਨੇ, ਤੁਸੀਂ ਦੇਖੋ ਜਦ ਸੋ ਫਸਟ ਆਫ ਆਲ ਪਹਿਲੀ ਪ੍ਰੋਪਰਟੀ ਹੈ ਵੀ ਅਗਰ ਡਬਲ ਟਰਾਂਸਪੋਜ਼ ਲੈ ਲਾਂਗੇ ਤਾਂ ਉਹ ਸੇਮ ਮੈਟ੍ਰਿਕਸ ਹੀ ਬਣ ਜਾਣੀ ਹੈ। ਕੁਦਰਤੀ ਗੱਲ ਇਹ ਹੈ ਵੀ ਪਹਿਲਾਂ ਤੁਸੀਂ ਇੱਦਾਂ ਕੋਈ ਰੋ ਸੀ, ਫਿਰ ਉਹਨੂੰ ਤੁਸੀਂ ਇਹਨੂੰ ਕਾਲਮ ਬਣਾ ਤਾ ਅਤੇ ਫਿਰ ਉਹ ਰੋ ਬਣ ਜਾਣੀ ਹੈ। ਜੇ M × ਆਰਡਰ N ਸੀਗਾ, ਟਰਾਂਸਪੋਜ਼ ਲੈ ਲਿਆ N × M ਹੋ ਗਿਆ ਅਤੇ ਫਿਰ M × N, ਮਤਲਬ ਐਲੀਮੈਂਟ ਆਪਣੀ ਪੋਜੀਸ਼ਨ 'ਤੇ ਵਾਪਸ ਚਲੇ ਜਾਣਗੇ। ਸੈਕਿੰਡ ਪ੍ਰੋਪਰਟੀ ਆਪਸ਼ਨ ਵੀ ਠੀਕ ਹੈ, ਇਹ ਅਲੱਗ ਅਲੱਗ ਹੋ ਜਾਂਦਾ ਹੁੰਦਾ। ਤਾਂ ਥਰਡ ਪ੍ਰੋਪਰਟੀ ਵੀ ਠੀਕ ਹੈ, ਅਗਰ ਇਹ ਉਲਟ ਹੋ ਜਾਂਦਾ ਹੁੰਦਾ ਇਹ ਮੋਸਟ ਇੰਪੋਰਟੈਂਟ ਹੈ, ਇਹ ਪੇਪਰ 'ਚ ਪੁੱਛ ਲੈਂਦਾ। ਸੋ ਸਾਰੀਆਂ ਦੀਆਂ ਸਾਰੀਆਂ ਪ੍ਰੋਪਰਟੀ ਹੀ ਠੀਕ ਹੈਗੀਆਂ। ਇੱਕ ਹੋਰ ਹੁੰਦੀ ਹੈ ਇਹਦੇ ਵਿੱਚ, ਸਪੋਜ਼ ਕਰੋ ਕਿ ਇੱਦਾਂ ਟਰਾਂਸਪੋਜ਼ ਦਿੱਤਾ ਹੋਵੇ ਤਾਂ ਕੌਂਸਟੈਂਟ ਅਲੱਗ ਹੋ ਜਾਂਦਾ ਹੁੰਦਾ, ਟਰਾਂਸਪੋਜ਼ ਦਾ ਮੈਟ੍ਰਿਕਸ ਅਲੱਗ ਹੋ ਜਾਂਦਾ ਹੁੰਦਾ। ਸੋ ਇਹ ਸਾਰੀਆਂ ਹੀ ਇੰਪੋਰਟੈਂਟ ਨੇ। ਨੈਕਸਟ ਹੈ ਜੀ ਡੈਫੀਨੇਸ਼ਨ ਹੈ ਸਿਮੈਟ੍ਰਿਕ ਮੈਟ੍ਰਿਕਸ ਦੀ। ਅਗਰ ਕੋਈ ਮੈਟ੍ਰਿਕਸ ਦੀਆਂ ਰੋਜ਼ ਨੂੰ ਕਾਲਮ 'ਚ ਕਨਵਰਟ ਕਰ ਦਿਓ ਪਰ ਉਹ ਮੈਟ੍ਰਿਕਸ ਦੇ ਸਟੇਟਸ 'ਤੇ ਕੋਈ ਫਰਕ ਨਾ ਪਵੇ, ਅਨਅਲਟਰਡ ਰਵੇ, ਉਹੀ ਰਵੇ, ਤਾਂ ਉਸ ਮੈਟ੍ਰਿਕਸ ਨੂੰ ਅਸੀਂ ਬੋਲਦੇ ਹਾਂ ਸਿਮੈਟ੍ਰਿਕ, ਹੈ ਨਾ। ਸੋ ਮੈਂ ਇੱਕ ਐਗਜ਼ਾਮਪਲ ਲੈਣਾ ਤੁਹਾਡੇ ਕੋਲ। ਸਪੋਜ਼ ਆਪਾਂ ਕੰਸਟਰਕਟ ਕਰਦੇ ਹਾਂ AHG HG BF FC। ਸੋ ਤੁਸੀਂ ਧਿਆਨ ਦਿਓ ਵੀ ਇਹਦੀ ਜਿਹੜੀ ਰੋ ਆ, ਸੋਰੀ ਆਹ ਜਿਹੜੀ ਰੋ ਹੈ AHG, ਇਹ ਰੋ AHG ਹੈ, ਉਹੀ ਕਾਲਮ ਹੈ AHG। ਉਹਦੀ ਸੈਕਿੰਡ ਰੋ ਹੈ HF BF ਅਤੇ ਉਹਦਾ ਸੈਕਿੰਡ ਕਾਲਮ ਕੀ ਹੈ HBF। ਮਤਲਬ ਰੋ ਅਤੇ ਕਾਲਮ ਸੇਮ ਹੈ। ਅਤੇ ਜਦੋਂ ਰੋ ਅਤੇ ਕਾਲਮ ਸੇਮ ਹੁੰਦੇ ਆ ਤਾਂ ਉਦੋਂ ਮੈਟ੍ਰਿਕਸ ਨੂੰ ਕੀ ਬੋਲਦੇ ਆ ਸਿਮੈਟ੍ਰਿਕ। ਸੋ ਇਹਦਾ ਮਤਲਬ ਉਹਦਾ ਜੋ ਸਿਚੁਏਸ਼ਨ ਹੀ ਹੋਈ ਵੀ ਉਹੀ ਰੋ ਆ, ਉਹੀ ਕਾਲਮ ਹੈ, ਤਾਂ ਉਹਦਾ ਟਰਾਂਸਪੋਜ਼ ਕਿਹਦੇ ਇਕੁਅਲ ਹੋ ਜਾਣਾ, ਆਪਣੇ ਇਕੁਅਲ ਹੋ ਜਾਣਾ। ਸੋ ਇਹਦੀ ਆਪਸ਼ਨ ਕੀ ਹੋ ਗਈ, ਸੋ ਇਹਦਾ ਆਨਸਰ ਕੀ ਹੋ ਗਿਆ, ਸਿਮੈਟ੍ਰਿਕ ਕਦੋਂ ਹੋਣੀ ਹੈ, ਜਦ ਆ ਹੋ ਗਿਆ। ਪਰ ਉੱਥੇ ਇੱਕ ਹੋਰ ਇੰਟਰਸਟਿੰਗ ਗੱਲ ਹੈ, ਇਹਦੇ ਬਾਕੀ ਆਪਸ਼ਨਾਂ ਵੀ ਥੋੜ੍ਹੀਆਂ ਡਿਸਕਸ ਕਰ ਲਈਏ। ਸੋ ਬਾਕੀ ਆਪਸ਼ਨਾਂ ਦੇ ਵਿੱਚ ਕੀ ਹੈ, ਆਹ ਕਦੋਂ ਹੁੰਦਾ ਹੈ, ਇਹਦੇ ਲਈ ਇੱਕ ਰਿਜ਼ਲਟ ਆ ਸਾਡੇ ਕੋਲ ਸਕਿਊ ਸਿਮੈਟ੍ਰਿਕ। ਅਗਰ ਇਹ ਕੰਡੀਸ਼ਨ ਲੱਗ ਰਹੀ ਹੈ ਤਾਂ ਇਹਦਾ ਮਤਲਬ ਮੈਟ੍ਰਿਕਸ ਕਿਹੜੀ ਹੋਊਗੀ, ਸਕਿਊ ਸਿਮੈਟ੍ਰਿਕ ਹੋਊਗੀ। ਸੋ ਆਹ ਰਿਜ਼ਲਟ ਵੀ ਇੰਪੋਰਟੈਂਟ ਹੈ। ਵੈਸੇ ਤੁਹਾਡੀ ਬੁੱਕ ਦੇ ਵਿੱਚ ਜ਼ਿਕਰ ਨਹੀਂ, ਪਰ ਕਈ ਵਾਰੀ ਪੁੱਛ ਲੈਂਦਾ ਐਡੈਂਪਟੋਟੈਂਟ ਮੈਟ੍ਰਿਕਸ ਹੁੰਦੀ ਹੈ। ਅਤੇ ਆਹ ਵੀ ਹੁੰਦੀ ਹੈ, ਇਹ ਵੀ ਇੰਪੋਰਟੈਂਟ ਹੈ ਇਨਵੋਲੂਟਰੀ। ਸੋ ਇਹਨਾਂ ਦੇ ਵਿੱਚੋਂ ਚਾਰਾਂ ਦੀ ਕੰਡੀਸ਼ਨ ਨੂੰ ਤੁਸੀਂ ਆਇਡੈਂਟੀਫਾਈ ਕਰ ਲੈਣਾ। ਮਤਲਬ ਫਸਟ ਆ ਟਰਾਂਸਪੋਜ਼ ਆਪਦੇ ਇਕੁਅਲ ਤਾਂ ਸਿਮੈਟ੍ਰਿਕ, -A' ਹੈ ਤਾਂ ਸਕਿਊ ਸਿਮੈਟ੍ਰਿਕ, ਫਿਰ A² ਹੈ ਤਾਂ ਆਈਡੈਂਪਟੋਟੈਂਟ, ਅਤੇ A² ਹੈ ਤਾਂ ਇਨਵੋਲੂਟਰੀ। ਠੀਕ ਹੈ ਜੀ। ਉਸ ਤੋਂ ਆਹ ਕੁਐਸਚਨ ਬੜਾ ਇੰਪੋਰਟੈਂਟ ਆ, ਪੁੱਛਿਆ ਜਾ ਸਕਦਾ ਡਾਇਗਨਲ ਐਂਟਰੀਜ਼ ਆਫ। ਵੈਸੇ ਇਹਦਾ ਆਨਸਰ ਆਉਂਦਾ ਸਕਿਊ
ਸਮਿਟ੍ਰਿਕ। ਸਪੋਜ਼ ਕਰੋ ਤੁਹਾਡੇ ਕੋਲ ਮੈਟ੍ਰਿਕਸ ਆ ਕੋਈ AIJ, ਇਹ ਸਕਿਊ ਸਮਿਟ੍ਰਿਕ ਹੈ। ਤਾਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ A' ਇਕੁਅਲ ਟੂ -A ਹੁੰਦਾ। ਸੋ ਇਹਦਾ AIJ ट्रांसपोज ਲੈ ਲਓ -AIJ ਸਕੁਅਰ ਮੈਟ੍ਰਿਕਸ ਹੈ ਨਾ, AJI ਹੋ ਗਿਆ। ਅਤੇ ਆਰਡਰ ਤਾਂ ਇਹਨਾਂ ਦਾ ਸੇਮ ਸੀ, ਆ ਮਾਈਨਸ ਅੰਦਰ ਚਲਾ ਗਿਆ ਹੈ ਨਾ। ਦੋ ਮੈਟ੍ਰਿਕਸ ਇਕੁਅਲ ਕਦੋਂ ਹੁੰਦੀਆਂ, ਜਦੋਂ ਉਹਨਾਂ ਦੇ ਐਲੀਮੈਂਟ ਕੋਰਸਪੋਂਡਿੰਗ ਇਕੁਅਲ ਹੁੰਦੇ ਹਨ। ਸੋ AJI ਪਲੱਸ AIJ ਇੱਧਰਲੇ ਪਾਸੇ ਆ ਜਾਊਗਾ ਨਾ, ਇਕੁਅਲ ਟੂ 0। ਅਤੇ ਫਾਰ ਡਾਇਗਨਲ ਐਂਟਰੀਜ਼ ਕੀ ਲੈ ਲੈਂਦੇ ਹੁੰਦੇ ਅਸੀਂ, AIJ ਇਕੁਅਲ ਟੂ ਡਾਇਗਨਲ ਐਂਟਰੀਜ਼ ਕਿਹੜੀਆਂ ਕਹਿੰਦੇ ਹੁੰਦੀਆਂ, A1 1 2 2 3 3। ਸੋ ਇਹ ਕਿੰਨਾ ਹੋ ਗਿਆ, ਸੋ ਇਹ ਹੋ ਗਿਆ AII ਪਲੱਸ AII ਇਕੁਅਲ ਟੂ 0, ਮਤਲਬ 2AII ਇਕੁਅਲ ਟੂ 0। ਅਤੇ ਇਹਦਾ ਮਤਲਬ ਕੀ ਹੈ ਵੀ AII ਇਕੁਅਲ ਟੂ 0 ਫਾਰ ਐਵਰੀ ਆਈ। ਮੰਨ ਲਓ n ਤੱਕ ਤਾਂ i ਦੀ ਵੈਲਿਊ n ਤੱਕ ਹੋਊਗੀ। ਸੋ ਮਤਲਬ ਇਹਦਾ ਮਤਲਬ ਇਹ ਹੋਇਆ ਵੀ ਅਗਰ ਤੁਹਾਡਾ A1 1 A2 2 ਸੋ ਔਨ, ਅਗਰ n ਸੀ AN ਇਕੁਅਲ ਟੂ 0। ਸੋ ਸਕਿਊ ਸਮਿਟ੍ਰਿਕ ਮੈਟ੍ਰਿਕਸ ਦੀਆਂ ਜਿਹੜੀਆਂ ਡਾਇਗਨਲ ਐਂਟਰੀਜ਼ ਹੁੰਦੀਆਂ ਉਹ ਹਮੇਸ਼ਾ ਕੀ ਹੁੰਦੀਆਂ, 0 ਹੁੰਦੀਆਂ। ਸੋ ਫਾਰ ਐਨੀ ਸਕੇਅਰ ਮੈਟ੍ਰਿਕਸ ਰੀਅਲ ਨੰਬਰ, ਆ ਕਿਹੜੀ ਮੈਟ੍ਰਿਕਸ ਹੋਈ, ਕੁਛ ਮੈਟ੍ਰਿਕਸ ਨੇ ਇਹਨੂੰ P ਕਹਿ ਲਓ ਜੀ, A ਪਲੱਸ A'। ਸੋ ਤੁਸੀਂ ਇਹਦਾ ਟਰਾਂਸਪੋਜ਼ ਲਓ, A ਪਲੱਸ A' ਦਾ ਟਰਾਂਸਪੋਜ਼ ਲਿਆ, ਇਹਦਾ ਰਿਜ਼ਲਟ ਸੀ ਅਲੱਗ ਅਲੱਗ ਹੋ ਜਾਂਦਾ, ਪਲੱਸ ਆ ਰਿਹਾ A ਡਬਲ ਟਰਾਂਸਪੋਜ਼ ਹੋ ਗਿਆ, A' ਡਬਲ ਟਰਾਂਸਪੋਜ਼ A ਹੀ ਹੋ ਗਿਆ। ਅਤੇ ਮੈਟ੍ਰਿਕਸ ਐਡੀਸ਼ਨ ਕਮੂਟੇਟਿਵ ਹੁੰਦੀ ਹੈ, ਇਹ A ਪਲੱਸ ਡੈਸ਼ ਹੋ ਗਿਆ, A ਇਕੁਅਲ ਸੀ P ਸੀ। ਇਹਦਾ ਮਤਲਬ ਹੈ ਵੀ P' ਇਕੁਅਲ ਟੂ P ਹੋ ਗਿਆ। ਸੋ ਜਦੋਂ P' ਹੋਗਾ ਤਾਂ ਫਿਰ ਕਿਹੜੀ ਸ਼ਰਤ ਹੁੰਦੀ ਹੈ, ਇਹ ਸਮਿਟ੍ਰਿਕ ਦੀ। ਸੋ ਇਸੇ ਤਰ੍ਹਾਂ ਨਾਲ ਜੇ ਤੁਸੀਂ ਇਹਨੂੰ ਕਰੋਗੇ A ਮਾਈਨਸ A' P' ਇਕੁਅਲ ਟੂ -P, ਇਹ ਹੋ ਜਾਊਗਾ। ਸੋ ਇਹ ਵਾਲੀ ਮੈਟ੍ਰਿਕਸ ਕਿਹੜੀ ਹੁੰਦੀ ਹੈ, ਸਕਿਊ ਸਮਿਟ੍ਰਿਕ ਹੁੰਦੀ ਹੈ। ਸੋ ਇੱਕ ਨਾ ਸਾਡੇ ਕੋਲ ਰਿਜ਼ਲਟ ਹੁੰਦਾ ਵੀ ਐਵਰੀ ਸਕੇਅਰ ਮੈਟ੍ਰਿਕਸ can be written as a sum of a symmetric and a skew symmetric matrix ਹੈ ਨਾ। ਵੈਸੇ ਤਾਂ ਕੀ ਹੁੰਦਾ ਵੀ A ਕੋਈ ਵੀ ਮੈਟ੍ਰਿਕਸ ਲੈ ਲਓ, A ਪਲੱਸ A'/2 ਪਲੱਸ A ਮਾਈਨਸ A'/2। ਸੋ ਤੁਹਾਡੇ ਕੋਲ ਜਿਹੜੀ ਆਹ ਵਾਲੀ ਮੈਟ੍ਰਿਕਸ ਹੋਊਗੀ ਇਹ ਸਮਿਟ੍ਰਿਕ ਹੋਏਗੀ, ਅਤੇ ਜਿਹੜੀ ਆਹ ਵਾਲੀ ਮੈਟ੍ਰਿਕਸ ਹੋਊਗੀ ਉਹ ਸਕਿਊ ਸਮਿਟ੍ਰਿਕ ਹੋਏਗੀ। ਸੋ ਨੈਕਸਟ ਕੁਐਸਚਨ ਦੇ ਵਿੱਚ ਤਾਂ ਸਿੱਧਾ ਹੀ ਹੈ ਵੀ ਟਰਾਂਸਪੋਜ਼ ਲੈਣਾ। ਸੋ ਆਹ ਜਿਹੜਾ ਸਾਡਾ ਸੀਗਾ, ਆ ਜਿਹੜੀ ਸਾਡੀ ਇਹ ਕਾਲਮ ਸੀਗਾ ਰੋ ਬਣ ਜਾਊਗਾ, ਅਤੇ ਇਹਦਾ ਡਾਇਰੈਕਟ ਹੀ ਆਨਸਰ ਪਿਆ ਸਾਡੇ ਕੋਲ 5 1/2। ਸੋ ਦਿਸ ਵਨ। ਸੋ ਨੈਕਸਟ ਕੁਐਸਚਨ ਦੇ ਵਿੱਚ ਤੁਹਾਨੂੰ A' ਦਿੱਤਾ ਹੋਇਆ, ਮਤਲਬ ਟਰਾਂਸਪੋਜ਼ ਦਿੱਤਾ ਹੋਇਆ A ਦਾ -2 3 1 2, ਅਤੇ B ਦਿੱਤਾ ਹੋਇਆ, ਬਟ ਤੁਸੀਂ B ਦਾ ਸਾਨੂੰ ਟਰਾਂਸਪੋਜ਼ ਦੀ ਲੋੜ ਪੈਣੀ ਹੈ ਤਾਂ ਪਹਿਲਾਂ ਹੀ ਕਰ ਲਓ। -1 ਆ 2 ਰਹਿ ਗਿਆ, 1 ਅਤੇ 0। ਸੋ ਉਲਟ ਹੋ ਜਾਂਦਾ ਹੁੰਦਾ। ਸੋ ਹੁਣ ਆ ਜਾਓ, ਅਸੀਂ ਵੈਲੂਏਟ ਕਰਨਾ 1 + 2B', ਇਹਦਾ ਰਿਜ਼ਲਟ ਲਾਤਾ। ਸੋ ਇਹ ਹੋ ਗਿਆ 2B', ਇਹਦੀ ਵੈਲੂ ਫਿਲਅਪ ਕਰ ਦਿਓ, -2 3 1 2 + 2 ਟਾਈਮਸ B' ਦੀ ਵੈਲੂ ਫਿਲ ਕਰ ਦਿਓ, -1 0 1 2। ਸੋ ਕੀ ਬਣ ਗਿਆ ਇਹ, -2 and -2, ਫਿਰ 3 ਉਲਟ ਫਿਲ ਹੋ ਗਏ, B' ਦੀ ਵੈਲੂ ਫਿਲ ਕਰਨੀ ਸੀ, ਸੌਰੀ। ਇਹ ਆ ਸੀ। ਸੋ ਇਹ 3 + 2 and 1 + 0 and 2 + 2। ਸੋ ਥੋੜ੍ਹਾ ਸੋਲਵ ਕਰੋਗੇ ਤਾਂ ਇਹਨੇ ਬਣ ਜਾਣਾ -4 5 1 6। ਸੋ ਕਿਹੜੀ ਆਪਸ਼ਨ ਬਣ ਗਈ, ਸੋ ਫਸਟ ਹੀ ਆਪਸ਼ਨ ਬਣ ਗਈ ਜੀ।
ਵੈਰੀ ਇੰਟਰਸਟਿੰਗ। ਉਸ ਤੋਂ ਬਾਅਦ ਹੈਗੀ ਹੈ ਜੀ ਆ ਮੈਟ੍ਰਿਕਸ। ਤੁਹਾਨੂੰ ਯਾਦ ਇਹਦਾ ਜੇ ਤੁਸੀਂ ਡੈਟ ਕੱਢੋਗੇ, ਵੈਸੇ ਤਾਂ ਆਪਣਾ ਡੈਟ ਸਿਲੇਬਸ 'ਚ ਨਹੀਂ ਹੈਗਾ, ਬਟ ਇੱਕ ਵਾਰੀ ਕੱਢ ਲਓ। cos ਅਲਫਾ ਸਾਈਨ ਅਲਫਾ ਮਾਈਨਸ ਸਾਈਨ ਅਲਫਾ cos ਅਲਫਾ। ਸੋ ਕੀ ਬਣ ਗਿਆ ਇਹ cos ਸਕੇਅਰ ਅਲਫਾ ਪਲੱਸ ਸਾਈਨ ਸਕੇਅਰ ਅਲਫਾ, ਡੈਟ ਬਣ ਗਿਆ ਦਾ 1। ਦੂਸਰਾ ਤੁਸੀਂ ਜਦੋਂ ਇਹਦੇ ਟਰਾਂਸਪੋਜ਼ ਨਾਲ ਇਹਨੂੰ ਮਲਟੀਪਲਾਈ ਕਰੋਗੇ, cos ਅਲਫਾ ਸਾਈਨ ਅਲਫਾ ਮਾਈਨਸ ਸਾਈਨ ਅਲਫਾ ਐਂਡ cos ਅਲਫਾ, ਇਹਦਾ ਟਰਾਂਸਪੋਜ਼ ਲਓ ਜੀ, cos ਅਲਫਾ ਮਾਈਨਸ ਸਾਈਨ ਅਲਫਾ ਸਾਈਨ ਅਲਫਾ cos ਅਲਫਾ, ਟਰਾਂਸਪੋਜ਼ ਲੈ ਲਿਆ ਜੀ। ਮਲਟੀਪਲਾਈ ਕਰੋ ਇਹਨੂੰ ਇੱਦਾਂ, ਇਹਨੂੰ ਇੱਦਾਂ। ਸੋ ਇਹ ਕੀ ਬਣ ਗਿਆ cos ਸਕੇਅਰ ਅਲਫਾ ਪਲੱਸ ਸਾਈਨ ਸਕੇਅਰ ਅਲਫਾ। ਦੂਸਰਾ ਹੋ ਜਾਏਗਾ cos ਅਲਫਾ ਮਾਈਨਸ ਸਾਈਨ ਅਲਫਾ ਪਲੱਸ ਸਾਈਨ ਅਲਫਾ cos ਅਲਫਾ। ਇਸੇ ਤਰ੍ਹਾਂ ਇੱਥੇ ਕੁਛ ਆ ਜੂ, ਇੱਥੇ ਕੁਛ ਆ ਜੂਗਾ। ਸੋ ਤੁਸੀਂ ਇਹਨੂੰ ਕੈਲਕੂਲੇਸ਼ਨ ਕਰੋਗੇ ਤਾਂ ਮਤਲਬ ਬਣ ਜੂਗਾ 1001, ਮਤਲਬ ਆਇਡੈਂਟੀਟੀ। ਸੋ ਇਹਦਾ ਆਂਸਰ ਕਿੰਨਾ ਹੋ ਗਿਆ ਦਿਸ 1। ਇਹ ਤਾਂ ਥੋੜ੍ਹੀ ਜਿਹੀ ਗੱਲ ਦੱਸਣੀ ਬਣਦੀ ਆ, ਉਹ ਇਹ ਆ, ਮੈਂ ਥੋੜ੍ਹੀ ਇਸ ਕਰਨ ਲੱਗਿਆ, ਉਹ ਇਹ ਆ ਅਗਰ ਕੋਈ ਵੀ ਮੈਟ੍ਰਿਕਸ ਆਹ ਵਾਲੀ ਕੰਡੀਸ਼ਨ ਸੈਟਿਸਫਾਈ ਕਰਦੀ ਹੈ ਜਿਹੜੀ ਹੁਣੇ ਆਪਾਂ ਚੈੱਕ ਕੀਤੀ, A ਇਕੁਅਲ ਟੂ A ਡੈਸ਼ ਇਕੁਅਲ ਟੂ I। ਸੋ ਪਹਿਲੀ ਗੱਲ ਇਹੋ ਜਿਹੀ ਮੈਟ੍ਰਿਕਸ ਨੂੰ ਬੋਲਦੇ ਆ ਔਰਥੋਗਨਲ ਮੈਟ੍ਰਿਕਸ, ਔਰਥੋਗਨਲ ਮੈਟ੍ਰਿਕਸ। ਸੈਕੰਡਲੀ ਅਗਰ ਇਹਦਾ ਤੁਸੀਂ ਕੱਢੋਗੇ, ਇੱਥੋਂ ਲੈ ਲਓ ਡੈਟ ਲੈ ਲਓ, ਆਇਡੈਂਟੀਟੀ ਮੈਟ੍ਰਿਕਸ ਦਾ ਡੈਟ A ਡੈਸ਼ ਇਕੁਅਲ ਟੂ, ਇਹਦਾ 1 ਹੀ ਬਣ ਗਿਆ, A ਸਕੇਅਰ ਇਕੁਅਲ ਟੂ 1, ਇਹਦਾ ਡੈਟ ਪਲੱਸ ਮਾਈਨਸ 1 ਹੁੰਦਾ। ਸੋ ਇੱਕ ਇਹ ਗੱਲ, ਅਤੇ ਇੱਕ ਇਹਦੇ ਵਿੱਚ ਇਹਦਾ ਇਨਵਰਸ ਹੁੰਦਾ ਜਿਹੜਾ ਆਪਦੇ ਟਰਾਂਸਪੋਜ਼ ਦੇ ਇਕੁਅਲ ਹੁੰਦਾ। ਸੋ 3 ਗੱਲਾਂ ਇਹਦੇ ਵਿੱਚ। ਸੋ ਔਰਥੋਗਨਲ ਮੈਟ੍ਰਿਕਸ ਕਿਹੜੀ ਹੁੰਦੀ ਹੈ, ਉਸ ਮੈਟ੍ਰਿਕਸ ਨੂੰ ਟਰਾਂਸਪੋਜ਼ ਨਾਲ ਮਲਟੀਪਲਾਈ ਕਰੋ ਤਾਂ ਆਇਡੈਂਟੀਟੀ ਮੈਟ੍ਰਿਕਸ ਬਣ ਜੇ। ਸੈਕੰਡਲੀ ਉਹ ਯੂਨੀ ਮੋਡੂਲਰ ਹੁੰਦੀ ਹੈ, ਮਤਲਬ ਉਹਦਾ ਮੋਡੂਲਸ ਪਲੱਸ ਮਾਈਨਸ 1 ਹੁੰਦਾ। ਤੀਸਰਾ ਉਹਦਾ ਇਨਵਰਸ ਹੁੰਦਾ ਆਪਦੇ ਟਰਾਂਸਪੋਜ਼ ਦੀ ਇਕੁਅਲ ਹੁੰਦਾ। ਸੋ ਜਿਹੜੀ ਪਰਫੈਕਟ ਐਗਜ਼ਾਮਪਲ ਆ ਉਹਦੀ ਇਹੀ ਹੈਗੀ ਹੈ। ਚਲੋ ਜੀ, ਥੈਂਕ ਯੂ। ਨੈਕਸਟ ਕੁਐਸਚਨ 'ਤੇ ਆਓ ਜੀ। ਅੱਛਾ, ਇਹਦੇ ਵਿੱਚ ਸਿਮੈਟ੍ਰਿਕ ਮੈਟ੍ਰਿਕਸ ਪੁੱਛੀ ਹੈ। ਸੋ ਸਿਮੈਟ੍ਰਿਕ ਦੇ ਵਿੱਚ ਕੀ ਹੁੰਦਾ, ਤੁਹਾਡਾ ਦਿਸ ਇਜ਼ ਫਸਟ ਰੋ ਅਤੇ ਫਸਟ ਕਾਲਮ ਸੇਮ ਹੈ, ਸੈਕਿੰਡ ਰੋ ਸੈਕਿੰਡ ਕਾਲਮ ਸੇਮ ਹੈ, ਥਰਡ ਰੋ ਥਰਡ ਕਾਲਮ ਸੇਮ ਹੈ। ਸੋ ਦੈਟ ਇਜ਼ ਇਸ ਮੈਟ੍ਰਿਕਸ ਦਾ ਟਰਾਂਸਪੋਜ਼ ਹੈ ਜਿਹੜਾ ਆਪਦੀ ਇਕੁਅਲ ਹੈ। ਸੋ ਤੁਹਾਡਾ ਆਂਸਰ ਕੀ ਬਣ ਗਿਆ ਦਿਸ 1। ਸੋ ਇਹਦੀਆਂ ਡਾਇਗੋਨਲ ਐਂਟਰੀਜ਼ 0 ਹੈ, ਆ 1 ਉਲਟਾ -1 -1 1। ਇਹ ਕਿਹੜੀ ਹੈ, ਇਹ ਸਕਿਊ ਸਿਮੈਟ੍ਰਿਕ ਹੈ, ਸਕਿਊ ਸਿਮੈਟ੍ਰਿਕ। ਸੋ ਚਲੋ ਇਹਨੇ ਸਿਮੈਟ੍ਰਿਕ ਪੁੱਛਿਆ ਸੀ, ਇਹਦਾ ਆਂਸਰ ਆ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, ਗਿਵਨ ਕੀ ਹੈ A ਐਂਡ B, ਇੰਪੋਰਟੈਂਟ ਹੈ ਜੀ ਇਹ ਕੁਐਸਚਨ। A ਅਤੇ B ਸਿਮੈਟ੍ਰਿਕ ਮੈਟ੍ਰਿਕਸ ਦਿੱਤੀਆਂ ਹੋਈਆਂ, ਮੀਨਸ A ਡੈਸ਼ ਇਕੁਅਲ ਟੂ A ਦਿੱਤਾ ਹੋਇਆ, B ਡੈਸ਼ ਇਕੁਅਲ ਟੂ B ਦਿੱਤਾ ਹੋਇਆ, ਅਤੇ ਸਾਨੂੰ ਪੁੱਛਿਆ ਗਿਆ AB ਮਾਈਨਸ B ਇਹਦਾ ਸਟੇਟਸ ਦੱਸੋ। ਕਿ ਕੋਈ ਗੱਲ ਨਹੀਂ, ਇਹਨੂੰ ਅਸੀਂ P ਕਹਿ ਤਾ, ਅਸੀਂ ਹੁਣ ਇਹਦਾ ਟਰਾਂਸਪੋਜ਼ ਦੇਖਦੇ ਹਾਂ ਕੀ ਬਣੇਗਾ। ਸੋ ਫਸਟ ਰਿਜ਼ਲਟ ਹੈ, ਇਹ ਟਰਾਂਸਪੋਜ਼ ਅਲੱਗ-ਅਲੱਗ ਹੋ ਗਿਆ, ਫਿਰ B ਡੈਸ਼ A ਡੈਸ਼ ਮਾਈਨਸ A ਡੈਸ਼ B ਡੈਸ਼। ਸੋ ਆ ਇਕੁਅਲ ਸੀਗੇ ਸਾਰੇ, ਇਹ ਕਿੰਨਾ ਹੋ ਗਿਆ BA ਮਾਈਨਸ AB, ਮਾਈਨਸ ਕਾਮਨ ਕੱਢ ਲਓ, AB ਮਾਈਨਸ BA। ਸੋ ਇਹ ਮਾਈਨਸ B, ਮਤਲਬ P ਡੈਸ਼ ਇਕੁਅਲ ਟੂ ਮਾਈਨਸ B। ਜਦੋਂ ਇਹ ਜਿਹਾ ਕੁਛ ਹੁੰਦਾ ਤਾਂ ਮੈਟ੍ਰਿਕਸ ਕਿਹੜੀ ਹੁੰਦੀ ਹੈ, ਸਕਿਊ ਸਿਮੈਟ੍ਰਿਕ। ਨੈਕਸਟ ਕੁਐਸਚਨ ਦੇਖੋ ਜੀ, cos ਅਲਫਾ ਮਾਈਨਸ ਸਾਈਨ ਅਲਫਾ ਸਾਈਨ ਅਲਫਾ cos ਅਲਫਾ, ਉਹਦੇ ਵਿੱਚ ਜੋੜਿਆ ਉਸਦਾ ਟਰਾਂਸਪੋਜ਼ cos ਅਲਫਾ ਸਾਈਨ ਅਲਫਾ ਮਾਈਨਸ ਸਾਈਨ ਅਲਫਾ ਐਂਡ cos ਅਲਫਾ। ਦੂਸਰੇ ਪਾਸੇ ਸੀ 1 0 0 1। ਸੋ ਤੁਸੀਂ ਦੇਖੋਗੇ ਉਹਦਾ ਚਲੋ ਕੈਂਸਲ ਹੋ ਜਾਣਾ, cos ਅਲਫਾ 2 cos ਅਲਫਾ।
सॉरी इज इक्वल टू 1। सो cos अल्फा इज इक्वल टू 1/2। तो 1/2 कदों होंदा जो 60 डिग्री होंदा, मीनस π/3। सो योर आंसर इज दिस वन। नैक्सट क्वेश्चन ते आ जाओ जी। उस तो बाद इनवर्स की गल की है जी। इनवर्स की डैट तो बिना ही मतलब इनवर्स कदों होंदा भी सपोज ਜਦੋਂ ਤੁਹਾਡੇ ਕੋਲ ਕੋਈ ए ਸਕੇਅਰ ਮੈਟ੍ਰਿਕਸ ਹੈ ਤੇ ਇੱਕ ਹੋਰ ਮੈਟ੍ਰਿਕਸ B ਐਗजिस्ट ਕਰਦੀ ਹੈ ਸਕੇਅਰ ਮੈਟ੍ਰਿਕਸ ਆਫ ਸੇਮ ਆਰਡਰ, ਅਗਰ ਇਹ ਕੰਡੀਸ਼ਨਸ ਲੱਗ ਜਾਂਦੀ ਹੈ ਤਾਂ ਅਸੀਂ ਕੀ ਬੋਲਦੇ ਹਾਂ, B ਇਜ਼ ਕਾਲਡ ਇਨਵਰਸ ਆਫ A ਹੈ ਨਾ। ਸੋ B ਨੂੰ ਡਿਨੋਟ ਕਰਦੇ ਆ A ਨਾਲ। ਸੋ ਐਜ਼ ਪਰ ਦਾ ਡੈਫੀਨੇਸ਼ਨ ਆਹ ਤੁਹਾਡਾ ਲੱਗ ਜਾਂਦਾ। ਆਹ ਡੈਫੀਨੇਸ਼ਨ ਅਧੂਰੀ ਹੈ, ਆ ਤਾਂ ਕਿਸੇ ਨੋਨ ਇਨਵਰਸ ਕੇਸ ਵਿੱਚ ਵੀ ਹੋ ਸਕਦਾ। ਲਾਸਟ ਵਾਲੇ ਲੈਕਚਰ ਦੇ ਵਿੱਚ ਆਪਾਂ ਕਰਾਇਆ ਸੀ। ਸੋ ਇਹ ਕੰਡੀਸ਼ਨਸ ਨਹੀਂ ਲੱਗਣੀਆਂ ਗੀਆਂ, ਸੋ ਆਹੀ ਕੰਡੀਸ਼ਨ ਲੱਗਣੀ ਹੈ। ਸੋ ਇਹਦੇ ਵਿੱਚ ਕੀ ਹੋ ਗਿਆ ਵੀ ਇੱਕ ਤਾਂ A ਇਨਵਰਸ ਹੋ ਗਿਆ ਨਾ, ਅਤੇ ਜੇ ਅਸੀਂ ਇਹਦਾ ਡਬਲ ਇਨਵਰਸ ਕਰੀਏ ਤਾਂ ਇੱਦਾਂ ਬਣ ਜਾਣਾ, ਦੈਟ ਇਜ਼ A ਇਜ਼ ਇਕੁਅਲ ਟੂ B ਇਨਵਰਸ। ਇਹ ਇਨਵਰਸ ਆਫ ਈਚ ਅਦਰ ਹੋ ਗਏ। ਚਲੋ ਨੈਕਸਟ ਕੁਐਸਚਨ ਦੇ ਵਿੱਚ ਇਹੋ ਜਿਹਾ ਕੁਛ ਹੀ ਹੈ। ਇਨਵਰਸ ਆਫ ਸਕੇਅਰ ਮੈਟ੍ਰਿਕਸ ਆਫ ਐਗजिस्टेंस ਯੂਨੀਕ। ਇਹ ਬਿਲਕੁਲ ਸਹੀ ਗੱਲ ਹੈ ਜੀ, ਇਨਵਰਸ ਹਮੇਸ਼ਾ ਯੂਨੀਕ ਹੁੰਦਾ। ਉਸ ਤੋਂ ਬਾਅਦ ਇਫ B ਇਜ਼ ਇਨਵਰਸ ਆਫ A ਦੈਨ A ਇਜ਼ ਆਲਸੋ ਇਨਵਰਸ ਆਫ। ਇਹ ਗੱਲ ਵੀ ਟਰੂ ਹੈ, ਸਕੇਅਰ ਮੈਟ੍ਰਿਕਸ ਦਾ ਹੀ ਹੁੰਦਾ, ਰੈਕਟੈਂਗੂਲਰ ਮੈਟ੍ਰਿਕਸ ਦਾ ਨਹੀਂ ਹੁੰਦਾ। ਸੋ A B ਇਨਵਰਸ B ਇਨਵਰਸ A ਵੀ ਕਰੈਕਟ ਹੈ ਜੀ, ਮੋਸਟ ਇੰਪੋਰਟੈਂਟ ਹੈ। ਇਸ ਵਾਰ ਪੁੱਛੀ ਜਾ ਸਕਦਾ ਪੇਪਰ ਦੇ ਵਿੱਚ ਇਹ। ਸੋ ਫਿਰ ਕੀ ਨਹੀਂ ਕਰੈਕਟ, ਇਹ ਕਹਿੰਦਾ ਨਹੀਂ ਯੂਨੀਕ, ਇਹ ਗੱਲ ਗਲਤ ਹੈ ਜੀ, ਇਹੀ ਪੁੱਛਿਆ ਸੀ। ਸੋ ਤੁਹਾਡਾ ਆਨਸਰ ਕੀ ਆ ਗਿਆ, ਇਹੀ ਆ ਗਿਆ ਸੀ। ਸੋ ਕੁਐਸਚਨ ਨੰਬਰ 14 ਦੇ ਵਿੱਚ A ਐਂਡ B ਆਰ ਸਿਮੈਟ੍ਰਿਕ ਮੈਟ੍ਰਿਸਿਸ ਆਫ ਸੇਮ ਆਰਡਰ, ਮਤਲਬ A ਡੈਸ਼ ਇਕੁਅਲ ਟੂ A ਹੈ, B ਡੈਸ਼ ਇਕੁਅਲ ਟੂ B ਹੈ। ਸੋ ਸਾਨੂੰ ਪੁੱਛ ਰਿਹਾ ਵੀ A B ਸਿਮੈਟ੍ਰਿਕ ਕਦੋਂ ਹੋਊ। ਸਾਨੂੰ ਪਤਾ ਕੋਈ ਵੀ ਮੈਟ੍ਰਿਕਸ ਸਿਮੈਟ੍ਰਿਕ ਕਦੋਂ ਹੁੰਦੀ ਹੈ, ਜਦੋਂ ਉਹਦਾ ਟਰਾਂਸਪੋਜ਼ ਖੁਦ ਦੇ ਇਕੁਅਲ ਹੁੰਦਾ ਹੈ। ਮਤਲਬ ਆ ਜਿਹੜਾ ਰਿਜ਼ਲਟ ਆ ਗਿਆ B ਡੈਸ਼ A ਇਕੁਅਲ ਟੂ A B ਹੋਊਗਾ। if ਇੱਥੇ ਲਿਖਣਾ AB is symmetric if ਆ ਹੋ ਗਿਆ ਤੇ B ਡੈਸ਼ ਤਾਂ B ਦੇ ਇਕੁਅਲ ਸੀ ਤੇ A B ਸੀ। ਮਤਲਬ ਕਿ ਜਦੋਂ A ਤੇ B ਕਮਿਊਟ ਕਰਨਗੇ ਤਾਂ ਆਪਸ਼ਨ ਕਿਹੜੀ ਆ ਗਈ, ਵੈਨ, ਇੱਥੇ ਕੀ ਲਿਖ ਲਾਂਗੇ, ਵੈਨ A and B commute with each other, commute with each other। ਚਲੋ ਜੀ ਇਹ ਕੁਐਸਚਨ ਹੋ ਗਿਆ। ਕੁਐਸਚਨ ਨੰਬਰ 15 ਸਾਨੂੰ ਗਿਵਨ ਮੈਟ੍ਰਿਕਸ ਦਿੱਤੀ ਹੋਈ ਹੈ ਸਕਿਊ ਸਿਮੈਟ੍ਰਿਕ, ਦੈਨ ਵੈਲਿਊਜ਼ ਆਫ A B C ਫਾਈਂਡ ਆਊਟ ਕਰਨੀ ਹੈ। ਤੁਸੀਂ ਧਿਆਨ ਨਾਲ ਦੇਖਿਓ, ਜਦੋਂ ਕੋਈ ਵੀ ਮੈਟ੍ਰਿਕਸ ਸਕਿਊ ਸਿਮੈਟ੍ਰਿਕ ਹੁੰਦੀ ਹੈ ਤਾਂ ਉਹਦੀਆਂ ਡਾਇਗੋਨਲ ਐਂਟਰੀਜ਼ 0 ਹੁੰਦੀਆਂ। ਸੋ ਇੱਕ ਗੱਲ ਤਾਂ ਪੱਕੀ ਹੋ ਗਈ ਵੀ A ਤਾਂ ਬਾਅਦ 'ਚ ਦੇਖਦੇ ਹਾਂ ਆਪਾਂ, B 0 ਆ ਗਿਆ, C ਵੀ ਚਲੋ ਬਾਅਦ 'ਚ ਦੇਖਦੇ ਹਾਂ। ਅਤੇ B 0 C ਅਤੇ D ਆਪਸ਼ਨ 'ਚ, ਇਸ ਕਰਕੇ ਆਹ ਦੋ ਆਪਸ਼ਨਸ ਤਾਂ ਗਈਆਂ। ਉਸ ਤੋਂ ਬਾਅਦ ਤੁਸੀਂ ਦੇਖੋ ਸਕਿਊ ਸਿਮੈਟ੍ਰਿਕ 'ਚ ਕੀ ਹੁੰਦਾ, ਆਹ ਜਿਹੜੀਆਂ ਪੋਜੀਸ਼ਨ ਹੁੰਦੀਆਂ ਨਾ ਇਹ ਇਕੁਅਲ ਹੁੰਦੀਆਂ ਬਟ ਵਿਦ ਨੈਗੇਟਿਵ ਸਾਈਨ। ਆਹ ਵਾਲੀ ਪੋਜੀਸ਼ਨ ਅਤੇ ਆਹ ਵਾਲੀ ਪੋਜੀਸ਼ਨ ਇਕੁਅਲ ਹੁੰਦੀਆਂ ਬਟ ਵਿਦ ਨੈਗੇਟਿਵ ਸਾਈਨ। ਸਿਮੈਟ੍ਰਿਕ 'ਚ ਇਕੁਅਲ ਹੀ ਹੁੰਦੀਆਂ, ਸਕਿਊ ਸਿਮੈਟ੍ਰਿਕ ਦੇ ਵਿੱਚ ਸਾਈਨ ਦਾ ਫਰਕ ਹੁੰਦਾ ਹੈ। ਸੋ ਜੇ A ਦੀ ਵੈਲਿਊ ਇੱਥੇ ਕਿੰਨੀ ਹੋਣੀ ਚਾਹੀਦੀ ਹੈ, ਸਾਈਨ ਉਲਟ ਕਰਕੇ -2। ਸੋ ਇਹਦੀ ਵੈਲਿਊ C ਦੀ ਵੈਲਿਊ ਕਿੰਨੀ ਹੋਣੀ ਚਾਹੀਦੀ ਹੈ, ਸਾਈਨ ਉਲਟ ਕਰਕੇ -3। ਸੋ -203। ਸੋ ਦਿਸ ਇਜ਼ ਯੂਰ ਆਂਸਰ। ਨੈਕਸਟ ਕੁਐਸਚਨ, ਇਫ A ਇਜ਼ ਸਕੇਅਰ ਮੈਟ੍ਰਿਕਸ ਦੈਨ ਵਿਚ ਆਫ ਦ ਫਾਲੋਇੰਗ ਇਜ਼ ਸਕਿਊ ਸਿਮੈਟ੍ਰਿਕ ਮੈਟ੍ਰਿਕਸ। ਯਾਦ ਰੱਖਿਓ ਆਪਾਂ ਆਲਰੇਡੀ ਪ੍ਰੂਵ ਕਰਕੇ ਆਏ ਹਾਂ ਵੀ ਇਹ ਸਿਮੈਟ੍ਰਿਕ ਹੈ। ਸੋ ਉਸ ਤੋਂ ਬਾਅਦ ਵਟ ਅਬਾਊਟ ਦਿਸ, ਇਹਦਾ ਆਪਾਂ ਦੇਖ ਲੈਂਦੇ ਹਾਂ ਟਰਾਂਸਪੋਜ਼ ਲੈ ਕੇ। ਸੋ A ਡੈਸ਼ ਇਹ ਟਰਾਂਸਪੋਜ਼ ਆ ਤਾਂ A ਹੀ ਹੋ ਗਿਆ, A ਡੈਸ਼ ਇਹਦਾ ਟਰਾਂਸਪੋਜ਼ A ਵੀ ਕੀ ਹੋ ਗਈ, ਸਿਮੈਟ੍ਰਿਕ ਹੋ ਗਈ। ਇਸੇ ਤਰ੍ਹਾਂ A ਵੀ ਸਿਮੈਟ੍ਰਿਕ ਹੋ ਗਈ। ਸੋ ਇਹਦਾ ਇੱਕੋ ਹੀ ਆਨਸਰ ਹੈ ਸਕਿਊ ਸਿਮੈਟ੍ਰਿਕ, ਦਿਸ ਵਨ। Question number 17, if A is skew symmetric matrix and n is odd positive integer, then A raised to power n is, ਇਹ ਆਪਾਂ ਮੈਟ੍ਰਿਕਸ ਚੈੱਕ ਕਰਨੀ ਹੈ। ਤੁਸੀਂ ਇੱਦਾਂ ਕਰੋ, ਇਹਨੂੰ P ਕਹਿ ਲਓ, AN। ਮੈਂ ਇਹਦਾ ਟਰਾਂਸਪੋਜ਼ ਚੈੱਕ ਕਰਦਾ ਕੀ ਹੈ ਨਾ, n ਕੀ ਆ, n is odd। ਸੋ ਮੈਂ ਟਰਾਂਸਪੋਜ਼ ਲੈ ਲਿਆ AN। ਹੁਣ AN ਦਾ ਮਤਲਬ ਕੀ ਹੈ ਵੀ A into A ਸੋ ਔਨ n ਟਾਈਮਸ।
ਸਾਰੇ ਦਾ ਟਰਾਂਸਪੋਜ਼, ਉਹ ਰਿਜ਼ਲਟ ਲੱਗ ਗਿਆ ए B ਵਾਲਾ ਉਲਟ ਕਰਕੇ, ਮਤਲਬ A ਡੈਸ਼ ਇੰਟੂ A ਡੈਸ਼ ਸੋ ਔਨ A ਡੈਸ਼ ਇਹ n ਟਾਈਮਸ ਹੋ ਗਿਆ। ਸੋ ਇਹ ਬਣ ਗਿਆ A ਡੈਸ਼ n ਟਾਈਮਸ। ਹੁਣ P ਡੈਸ਼ A ਤੱਕ ਹੀ ਸਕਿਊ ਸਿਮੈਟ੍ਰਿਕ ਹੈ, ਸੋ ਮਾਈਨਸ A n, ਇਹ ਸਾਡਾ ਫਿਰ ਇੱਕ ਰਿਜ਼ਲਟ ਲੱਗ ਗਿਆ -1 ਦੀ ਪਾਵਰ n AN। ਹੁਣ n ਤਾਂ ਔਡ ਹੈ ਅਤੇ -1 ਦੀ ਪਾਵਰ ਔਡ ਕਿੰਨਾ ਹੋਣਾ, ਮਾਈਨਸ ਹੀ ਹੋਣਾ, ਅਤੇ AN P ਸੀ। ਸੋ ਕੀ ਪਹੁੰਚਿਆ, ਇੱਥੋਂ ਚੱਲੇ ਸੀ, ਪਹੁੰਚ ਗਏ ਕਿੱਥੇ, -P 'ਤੇ। ਸੋ P ਡੈਸ਼ ਇਕੁਅਲ ਟੂ -B 'ਤੇ ਕਿਹਦੀ ਕੰਡੀਸ਼ਨ ਹੁੰਦੀ ਹੈ, ਸਕਿਊ ਸਿਮੈਟ੍ਰਿਕ ਦੀ। ਆਹ ਕੁਐਸਚਨ ਥੋੜ੍ਹਾ ਜਿਹਾ ਟੇਢਾ, ਇਹ 'ਚ ਡੈਟ ਯੂਜ਼ ਹੁੰਦਾ ਬਟ ਇੰਪੋਰਟੈਂਟ ਆ, ਪੁੱਛਿਆ ਜਾ ਸਕਦਾ ਕਿਉਂਕਿ ਇਹਦੇ ਵਿੱਚ ਇਨਵਰਸ ਦੀ ਗੱਲ ਕੀਤੀ ਹੈ, ਸਕਿਊ ਸਿਮੈਟ੍ਰਿਕ ਦੀ ਗੱਲ ਕੀਤੀ ਹੈ। ਸੋ ਇਨਵਰਸ ਆਫ ਏ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਆਫ ਔਡ ਆਰਡਰ ਇਜ਼, ਪਹਿਲਾਂ ਤਾਂ ਸਪੋਜ਼ ਕਰੋ ਵੀ ਤੁਹਾਡੇ ਕੋਲ AIJ ਇਹ n cross n ਐਂਡ n ਇਜ਼ ਔਡ, ਮਤਲਬ 3 5 7 ਐਟਸੈਟਰਾ। ਸੋ ਇਹ ਸਕਿਊ ਸਿਮੈਟ੍ਰਿਕ ਹੈ, ਮਤਲਬ ਇੱਦਾਂ ਦੋਨੇ ਪਾਸੇ ਡੈਟ ਲੈ ਲਓ, ਠੀਕ ਹੈ ਜੀ। ਇਹਦਾ ਡੈਟ ਇਹ ਹੀ ਹੁੰਦਾ ਜੀ, ਟਰਾਂਸਪੋਜ਼ ਦਾ ਡੈਟ ਅਤੇ ਮੈਟ੍ਰਿਕਸ ਦਾ ਡੈਟ ਸੇਮ ਹੁੰਦਾ। ਆਹ ਹੁੰਦਾ ਸਾਡੇ ਕੋਲ ਰਿਜ਼ਲਟ ਜਿੰਨਾ ਉਹਦਾ ਆਰਡਰ ਆ ਇੱਦਾਂ। ਹੁਣ ਤੁਸੀਂ ਨੋਟ ਕਰੋ ਆਹ ਇੱਦਾਂ ਰਹਿ ਗਿਆ, n ਤਾਂ ਔਡ ਸੀਗਾ, ਫਿਰ ਇੱਥੇ ਮਾਈਨਸ ਹੋ ਗਿਆ, ਇਹ ਹੋ ਗਿਆ। ਸੋ ਇੱਧਰਲੇ ਪਾਸੇ ਲਿਆਂਦਾ ਇਹ 2 ਡੈਟ। ਹੁਣ ਦੋ ਰੀਅਲ ਨੰਬਰਾਂ ਦੀ ਪ੍ਰੋਡਕਟ 0 ਆ, ਤਾਂ ਇੱਕ ਤਾਂ ਨੋਨ ਜ਼ੀਰੋ ਹੋਊਗਾ, ਇੱਕ 0 ਹੋਊਗਾ ਹੀ ਹੋਊਗਾ, 2 ਨੋਨ ਜ਼ੀਰੋ ਹੈ। ਸੋ ਇਹਦਾ ਮਤਲਬ ਡੈਟ ਕੀ ਹੋ ਗਿਆ, 0 ਹੋ ਗਿਆ। ਡੈਟ 0 ਹੋ ਗਿਆ ਤਾਂ ਇਹਦਾ ਮਤਲਬ ਕੀ ਹੈ ਵੀ A ਇਜ਼ ਸਿੰਗੂਲਰ ਮੈਟ੍ਰਿਕਸ। ਜਦੋਂ ਸਿੰਗੂਲਰ ਮੈਟ੍ਰਿਕਸ ਹੁੰਦੀ ਹੈ ਤਾਂ ਇਨਵਰਸ ਡਜ਼ ਨਾਟ ਐਗਜ਼ਿਸਟ। ਸੋ ਟੇਢਾ ਕੁਐਸਚਨ ਸੀ, ਆਨਸਰ ਡਜ਼ ਨਾਟ ਐਗਜ਼ਿਸਟ। ਉਸ ਤੋਂ ਬਾਅਦ ਕੁਐਸਚਨ ਨੰਬਰ 19 ਫਿਰ ਉਹੀ ਇਹਨੇ ਰਿਪੀਟ ਕਰਤਾ ਇਸ ਫਾਰਮ ਦੇ ਵਿੱਚ, A ਐਂਡ B ਆਰ ਸਿਮੈਟ੍ਰਿਕ ਮੈਟ੍ਰਿਕਸ, ਵਟ ਇਟ ਮੀਨ A ਇਜ਼ ਇਕੁਅਲ ਟੂ A ਐਂਡ B ਡੈਸ਼ ਇਕੁਅਲ ਟੂ B। ਸੋ P ਪਹਿਲਾਂ ਵਾਂਗ ਕਿਹਨੂੰ ਕਹਿ ਲਓ, A B ਡੈਸ਼ ਮਾਈਨਸ B A ਡੈਸ਼, ਪਰ B ਡੈਸ਼ B ਹੈ ਅਤੇ A ਡੈਸ਼ A ਹੈ। ਸੋ A B ਮਾਈਨਸ B A, ਅਤੇ ਤੁਸੀਂ ਨੋਟ ਕਰੋਗੇ ਇਹ ਆਪਾਂ ਆਲਰੇਡੀ ਪ੍ਰੂਵ ਕਰਿਆ ਹੈ ਵੀ ਇਹ ਬਣ ਜਾਏਗਾ। ਸੋ ਇਹ ਕਿਹੜੀ ਮੈਟ੍ਰਿਕਸ ਹੋ ਗਈ, ਸਕਿਊ ਸਿਮੈਟ੍ਰਿਕ ਮੈਟ੍ਰਿਕਸ ਹੋ ਗਈ। ਸੋ ਕੁਐਸਚਨ ਨੰਬਰ 20 ਇਹ ਪੇਪਰ 'ਚ ਆਇਆ ਹੋਇਆ ਇੱਕ 'ਚ 1 2 3। ਸੋ ਉਹਦਾ ਟਰਾਂਸਪੋਜ਼ ਲਿਆ 1 2 3। ਸੋ ਇਹ ਨਵੀਂ ਮੈਟ੍ਰਿਕਸ ਦਾ ਆਰਡਰ ਕਿੰਨਾ, ਇਹਦਾ ਆਰਡਰ ਕਿੰਨਾ 1/3, ਇਹਦਾ ਆਰਡਰ ਕਿੰਨਾ 3 × 1। ਸੋ ਨਵੀਂ ਆਰਡਰ ਦਾ ਜਿਹੜੀ ਨਵੀਂ ਮੈਟ੍ਰਿਕਸ ਬਣੂਗੀ ਉਹਦਾ ਆਰਡਰ ਕਿੰਨਾ ਹੋਣਾ ਚਾਹੀਦਾ, 3 3 ਵਿੱਚੋਂ ਨਿਕਲ ਗਿਆ 1 × 1। ਸੋ ਇੱਦਾਂ ਹੁੰਦਾ, ਸੋ ਇੱਦਾਂ ਹੁੰਦਾ। ਸੋ ਇਹ ਕੀ ਬਣ ਗਿਆ 1 ਦਾ ਸਕੇਅਰ, 2 ਦਾ ਸਕੇਅਰ, 3 ਦਾ ਸਕੇਅਰ, 1 + 4 + 9। ਸੋ ਇਹ ਕਿੰਨਾ ਹੋ ਗਿਆ 14 ਹੋ ਗਿਆ। ਸੋ ਦਿਸ ਇਜ਼ ਯੂਅਰ ਆਨਸਰ। ਸੋ ਬੇਟਾ ਇਹ ਸੀਗੇ ਇੰਪੋਰਟੈਂਟ ਕੁਐਸਚਨ ਜਿਹੜੇ ਐਕਸਰਸਾਈਜ਼ 3.3 ਜਾਂ ਈਵਨ 3.4 ਨਾਲ ਰਿਲੇਟਡ ਰਿਜ਼ਲਟਸ ਵਿੱਚੋਂ ਆਏ ਆ। ਜਿੰਨੇ ਵੀ ਇੰਪੋਰਟੈਂਟ ਹੈ ਇਸ ਚੈਪਟਰ ਦੇ ਵਿੱਚ ਕੁਐਸਚਨ ਸੀਗੇ ਮੈਂ ਸਾਰੇ ਦੇ ਸਾਰੇ ਕਵਰ ਕਰਤੇ ਆ। ਹੋਪਫੁਲੀ ਜਿਹੜੇ ਫਾਈਨਲ 'ਚ ਕੁਐਸਚਨ ਆਉਣਗੇ ਉਹ ਇਹਨਾਂ ਵਿੱਚੋਂ ਹੀ ਦੇਖਣ ਨੂੰ ਤੁਹਾਨੂੰ ਮਿਲਣਗੇ। ਸੋ ਥੈਂਕਸ ਫॉर ਵਾਚਿੰਗ ਬੇਟਾ, ਮਿਲਦੇ ਹਾਂ ਫਿਰ ਨੈਕਸਟ ਲੈਕਚਰ ਦੇ ਵਿੱਚ।